ਅੱਜ ਦਾ ਜਿਹੜਾ ਆਪਣਾ ਟੌਪਿਕ ਆ ਰੇ ਆਪਟਿਕਸ ਦੇ ਵਿੱਚ ਉਹ ਕੰਪਾਊਂਡ ਮਾਈਕਰੋਸਕੋਪ ਆ। ਸਿੰਪਲ ਮਾਈਕਰੋਸਕੋਪ ਦੇ ਨਾਲ ਆਪਾਂ ਦੇਖਿਆ ਸੀ ਵੀ ਆਪਾਂ ਐਟ ਦੀ ਮੋਸਟ 9 ਟਾਈਮਸ ਮੈਗਨੀਫਿਕੇਸ਼ਨ ਲੈ ਸਕਦੇ ਹਾਂ, ਬਟ ਜੇ ਸਾਨੂੰ ਉਸ ਤੋਂ ਵੀ ਛੋਟੇ ਆਬਜੈਕਟਸ ਨੂੰ ਦੇਖਣਾ ਹੋਵੇ ਦੈਨ ਵੀ ਨੀਡ ਮੋਰ ਮੈਗਨੀਫਿਕੇਸ਼ਨ। ਤਾਂ ਉਹ ਫਿਰ ਅਸੀਂ ਕਿਵੇਂ ਕਰਦੇ ਹਾਂ? ਉਹ ਅਸੀਂ ਯੂਜ਼ ਕਰਦੇ ਹਾਂ ਵੀ ਇੱਕ ਲੈਂਸ ਦੁਆਰਾ ਜਿੰਨੀ ਮੈਗਨੀਫਿਕੇਸ਼ਨ ਕੀਤੀ ਜਾਂਦੀ ਆ ਉਹਨੂੰ ਅਗੇਨ ਕੰਪਾਊਂਡ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਏ ਸੈਕੰਡ ਕਨਵੈਕਸ ਲੈਂਸ। ਸੋ ਵੀ ਵਿਲ ਯੂਜ਼ ਦ ਕੰਬੀਨੇਸ਼ਨ ਆਫ ਟੂ ਲੈਂਸਿਸ। ਸੋ ਇਹਦੇ ਵਿੱਚ ਇੱਕ ਜਿਹੜਾ ਫਰੰਟ ਦੇ ਉੱਤੇ ਜਿਹਦੇ ਅੱਗੇ ਆਪਾਂ ਆਬਜੈਕਟ ਰੱਖਾਂਗੇ ਉਹਨੂੰ ਅਸੀਂ ਆਬਜੈਕਟ ਲੈਂਸ ਕਹਿੰਦੇ ਹਾਂ, ਅਤੇ ਜਿਹਦੇ ਥਰੂ ਅਸੀਂ ਥਰੂ ਆਵਰ ਆਈ ਦੇਖਾਂਗੇ ਉਹਨੂੰ ਅਸੀਂ ਆਈ ਲੈਂਸ ਕਹਿੰਦੇ ਹਾਂ। ਬਟ ਜਨਰਲੀ ਕੀ ਹੁੰਦਾ ਇਨ ਪ੍ਰੈਕਟਿਸ ਜਿਹੜਾ ਆਬਜੈਕਟ ਲੈਂਸ ਹੁੰਦਾ ਇਟ ਇਜ਼ ਆਲਸੋ ਏ ਕੰਬੀਨੇਸ਼ਨ ਆਫ ਲੈਂਸਿਸ ਟੂ ਮਿਨੀਮਾਈਜ਼ ਐਬੀਰੇਸ਼ਨਸ। ਇਸ ਕਰਕੇ ਉਹ ਕੰਬੀਨੇਸ਼ਨ ਆਫ ਲੈਂਸਿਸ ਜਿਹਦੇ ਅੱਗੇ ਆਪਾਂ ਆਬਜੈਕਟ ਰੱਖਦੇ ਹਾਂ ਉਹਨੂੰ ਫਿਰ ਅਸੀਂ ਆਬਜੈਕਟਿਵ ਕਹਿ ਦਿੰਦੇ ਹਾਂ। ਸੋ ਆਬਜੈਕਟਿਵ ਇਜ਼ ਏ ਕੰਬੀਨੇਸ਼ਨ ਆਫ ਲੈਂਸਿਸ ਬਟ ਏ ਸਿੰਗਲ ਲੈਂਸ in front of which a object is placed is called just object lens. Similarly ਆਈਪੀਸ ਦੇ ਵਿੱਚ ਆਈਪੀਸ ਅਸੀਂ ਕਦੋਂ ਕਹਿੰਦੇ ਆ? ਜਦੋਂ ਸਾਡੇ ਕੋਲੇ ਆਈ ਲੈਂਸ ਨੂੰ ਯੂਜ਼ ਕੀਤਾ ਜਾਂਦਾ ਐਜ਼ ਏ ਕੰਬੀਨੇਸ਼ਨ ਆਫ ਲੈਂਸਿਸ 2 ਔਰ ਮੋਰ ਲੈਂਸਿਸ, ਤਾਂ ਉਹਨੂੰ ਫਿਰ ਅਸੀਂ ਕਹਿ ਦਿੰਦੇ ਹਾਂ ਆਈਪੀਸ। ਕਲੀਅਰ? ਤਾਂ ਹੁਣੇ ਆਪਾਂ ਦੇਖਦੇ ਹਾਂ, ਫਿਰ ਪਹਿਲਾਂ ਇਹਦੀ ਡਾਇਗਰਾਮ ਦੇਖੀਏ ਵੀ ਕੀ, ਅਤੇ ਨਾਲ ਦੀ ਨਾਲ ਇਹਦੀ ਵਰਕਿੰਗ ਦੇਖਦੇ ਹਾਂ ਵੀ ਕਿਵੇਂ ਇਹ ਵਰਕ ਕਰਦਾ। ਆਮ ਤੌਰ ਦੇ ਉੱਤੇ ਐਗਜ਼ਾਮ ਦੇ ਵਿੱਚ ਜਦੋਂ ਤੁਹਾਨੂੰ ਇਹ ਕੁਐਸਚਨ ਆਉਂਦਾ ਤਾਂ ਬੱਚਿਆਂ ਤੋਂ ਡਾਇਗਰਾਮ ਸਹੀ ਬਣਦੀ ਨਹੀਂ। ਜਿਹੜਾ ਉਹਨਾਂ ਦਾ ਫਾਈਨਲ ਇਮੇਜ ਆ ਉਹ ਜਾਂ ਤਾਂ ਸ਼ੀਟ ਤੋਂ ਬਾਹਰ ਨਿਕਲ ਜਾਂਦਾ ਅਤੇ ਜਾਂ ਉਹ ਬਣਦਾ ਹੀ ਨਹੀਂ। ਸੋ ਉਹਦੇ ਵਾਸਤੇ ਧਿਆਨ ਤੁਸੀਂ ਰੱਖਣਾ ਵੀ ਕਿਹੜੇ ਕਿਹੜੇ ਸਟੈਪਸ ਮੈਂ ਫੋਲੋ ਕਰਦਾ, ਅਤੇ ਉਹੀ ਸਟੈਪਸ ਤੁਸੀਂ ਫੋਲੋ ਕਰਨੇ ਆ। ਮਤਲਬ ਜਿਹੜੀ ਚੀਜ਼ ਪਹਿਲਾਂ ਬਣਾਉਣੀ ਆ ਉਹ ਪਹਿਲਾਂ ਬਣਾਉਣੀ ਆ, ਅਤੇ ਜਿਹੜੀ ਚੀਜ਼ ਬਾਅਦ 'ਚੋਂ ਬਣਾਉਣੀ ਆ ਉਹ ਬਾਅਦ 'ਚੋਂ ਬਣਾਓਗੇ ਤਾਂ ਫਿਰ ਤੁਹਾਡੀ ਜਿਹੜੀ ਡਾਇਗਰਾਮ ਆ ਉਹ ਸਹੀ ਬਣ ਜੂਗੀ। ਇਸ ਕੁਐਸਚਨ ਦੇ ਪੇਪਰ ਦੇ ਵਿੱਚ ਆਉਣ ਦੇ ਚਾਂਸਿਸ ਆ ਜਿਹੜੇ ਉਹ 99% ਨੇ ਐਜ਼ ਏ ਲੌਂਗ ਟਾਈਪ ਕੁਐਸਚਨ, ਅਤੇ ਉਹਦੇ ਵਿੱਚ ਡਾਇਗਰਾਮ ਦਾ ਵੀ 1 ਨੰਬਰ ਹੁੰਦਾ। ਅਤੇ ਜੇ ਤੁਸੀਂ ਡਾਇਗਰਾਮ ਮਿਸ ਕਰਤੀ ਜਾਂ ਡਾਇਗਰਾਮ ਤੁਹਾਡੀ ਸਹੀ ਨਹੀਂ ਬਣੀ ਅਤੇ ਜਾਂ ਤੁਹਾਨੂੰ ਫਾਈਨਲ ਇਮੇਜ ਬਣਾਉਣ ਲੱਗੇ ਰੇਜ਼ ਦੇ ਨਾਲ ਧੱਕਾ ਕਰਨਾ ਪੈ ਗਿਆ ਤਾਂ ਤੁਹਾਡਾ ਉਹ 1 ਨੰਬਰ ਆ ਜਿਹੜਾ ਉਹ ਡਿਡਕਟ ਹੋ ਸਕਦਾ। ਸੋ ਇਸ ਲਈ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖਣਾ। ਸਭ ਤੋਂ ਪਹਿਲਾਂ ਅਸੀਂ ਆਬਜੈਕਟ ਲੈਂਸ ਬਣਾਵਾਂਗੇ ਕਿਉਂਕਿ ਸਾਡਾ ਆਬਜੈਕਟ ਇਹਦੇ ਵਿੱਚ ਛੋਟਾ ਹੈ, ਇਸ ਕਰਕੇ ਆਬਜੈਕਟ ਲੈਂਸ ਵੀ ਅਸੀਂ ਛੋਟਾ ਹੀ ਬਣਾਵਾਂਗੇ। ਕੰਪਾਊਂਡ ਮਾਈਕਰੋਸਕੋਪ ਕੋਈ ਵੀ ਆ। ਮਾਈਕਰੋ ਮੀਨਸ ਉਹ ਚੀਜ਼ ਜਿਹਦੀ ਡਿਮੈਂਸ਼ਨਸ ਮਾਈਕਰੋਨਸ ਦੇ ਵਿੱਚ ਨੇ, ਮਾਈਕਰੋਮੀਟਰ ਦੇ ਵਿੱਚ ਨੇ। ਤਾਂ ਮਤਲਬ ਬਹੁਤ ਛੋਟਾ ਹੋ ਗਿਆ ਜਿਹਨੂੰ ਤੁਸੀਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ। ਸਕੋਪ ਮੀਨਸ ਦੇਖਣ ਵਾਲੀ ਚੀਜ਼, ਛੋਟੀ ਆਬਜੈਕਟ ਨੂੰ ਦੇਖਣ ਵਾਲੀ ਚੀਜ਼। ਸੋ ਇਸ ਕਰਕੇ ਇਹਦੇ ਨਾਲ ਅਸੀਂ ਬੜੇ ਛੋਟੇ ਆਬਜੈਕਟ ਦੇਖ ਰਹੇ ਹਾਂ। ਸੋ ਫਿਰ ਅਸੀਂ ਪ੍ਰਿੰਸੀਪਲ ਐਕਸਿਸ ਬਣਾਵਾਂਗੇ ਜੀ ਨੰਬਰ 2 ਦੇ ਉੱਤੇ। ਪ੍ਰਿੰਸੀਪਲ ਐਕਸਿਸ ਲੰਬਾ ਬਣਾਵਾਂਗੇ ਕਿਉਂਕਿ ਅਸੀਂ ਇੱਧਰਲੇ ਪਾਸੇ ਦੂਸਰਾ ਲੈਂਸ ਵੀ ਬਣਾਵਾਂਗੇ। ਸੋ ਆਪਟੀਕਲ ਸੈਂਟਰ ਅਸੀਂ, ਕਿਉਂਕਿ ਇਹ ਆਬਜੈਕਟ ਲੈਂਸ ਹੈ, ਕਿਉਂਕਿ ਸਿੰਗਲ ਲੈਂਸ ਬਣਾਇਆ ਇਸ ਲਈ ਮੈਂ ਆਬਜੈਕਟ ਲੈਂਸ ਕਹਿ ਰਿਹਾ। ਸੋ O ਇਜ਼ ਦੀ ਆਪਟੀਕਲ ਸੈਂਟਰ। ਇਹਦੇ ਦੋਨੇ ਪਾਸੇ ਫੋਕਸ FO, ਕਿਉਂਕਿ O ਯੂਜ਼ ਕਰ ਰਹੇ ਹਾਂ ਬਿਕੋਜ਼ ਇਟ ਇਜ਼ ਫਾਰ ਆਬਜੈਕਟ ਲੈਂਸ। ਸੋ ਜਿੰਨਾ ਡਿਸਟੈਂਸ ਇੱਧਰ ਆ ਮੇਜਰ ਕਰਕੇ ਉਨਾ ਹੀ ਦੂਜੇ ਪਾਸੇ। ਇਸ ਗੱਲ ਦਾ ਬੜਾ ਖਾਸ ਧਿਆਨ ਰੱਖਣਾ, ਡਿਸਟੈਂਸ ਦੋਨੇ ਪਾਸੇ ਸੇਮ ਹੋਣਾ ਚਾਹੀਦਾ। ਅਤੇ ਨਾਲ ਦੀ ਨਾਲ ਅਸੀਂ ਇਹ ਵੀ ਦੇਖਾਂਗੇ ਆਬਜੈਕਟ ਅਸੀਂ ਕਿੱਥੇ ਰੱਖਣਾ। ਸੋ ਜਦੋਂ ਕੰਪਾਊਂਡ ਮਾਈਕਰੋਸਕੋਪ ਦੀ ਵਿੱਚ ਆਪਾਂ ਵਰਕਿੰਗ ਦੀ ਗੱਲ ਕਰਦੇ ਹਾਂ ਦੈਨ ਆਬਜੈਕਟ ਇਜ਼ ਪਲੇਸਡ ਜਸਟ ਆਊਟਸਾਈਡ ਦੀ ਫਸਟ ਪ੍ਰਿੰਸੀਪਲ ਫੋਕਸ ਆਫ ਦੀ ਆਬਜੈਕਟ ਲੈਂਸ। ਸੋ ਥੋੜ੍ਹਾ ਜਿਹਾ ਬਾਹਰ ਰੱਖਣਾ। ਸੋ ਥੋੜ੍ਹਾ ਜਿਹਾ ਬਾਹਰ ਰੱਖਾਂਗੇ ਅਤੇ ਆਬਜੈਕਟ ਵੀ ਛੋਟਾ ਰੱਖਾਂਗੇ। ਸੋ ਐਡਾ ਕੁ ਮੈਂ ਇਹਦਾ ਆਬਜੈਕਟ ਬਣਾ ਲੈਣਾ। ਸੋ ਲੈਟਰ ਇਟ ਵੀ AB। ਇਹ ਤੁਹਾਡੀ ਬੁੱਕ ਦੇ ਵਿੱਚ ਉੱਪਰ ਲਿਖੀ ਹੋਈ ਹੈ, ਮੈਂ ਵੀ ਉੱਪਰ ਲਿਖ ਦਿੰਦਾ। ਸੋ AB ਇਜ਼ ਦੀ ਆਬਜੈਕਟ ਵਿਚ ਇਜ਼ ਪਲੇਸਡ ਜਸਟ ਆਊਟਸਾਈਡ ਦੀ ਫਸਟ ਪ੍ਰਿੰਸੀਪਲ ਫੋਕਸ ਆਫ ਦੀ ਆਬਜੈਕਟ ਲੈਂਸ। ਸੋ ਦਿਸ ਇਜ਼ ਆਵਰ ਆਬਜੈਕਟ ਲੈਂਸ। ਸੋ ਸਾਡੇ ਕੋਲ ਇਹ ਆ ਗਿਆ ਜੀ ਸਾਡਾ U ਵੇਅਰ ਆਬਜੈਕਟ ਇਜ਼ ਪਲੇਸਡ। ਹੁਣ ਅਸੀਂ ਇਹਦੀ ਰੇ ਡਾਇਗਰਾਮ ਦੇਖੀਏ। ਇੱਕ ਰੇ ਅਸੀਂ ਕੰਸੀਡਰ ਕਰਾਂਗੇ ਜਿਹੜੀ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਾਏਗੀ ਐਂਡ ਆਫਟਰ ਰਿਫਰੈਕਸ਼ਨ ਫਰੋਮ ਦੀ ਲੈਂਸ ਇਟ ਵਿਲ ਪਾਸ ਥਰੂ ਦੀ ਸੈਕੰਡ ਪ੍ਰਿੰਸੀਪਲ ਫੋਕਸ ਆਫ ਦੀ ਆਬਜੈਕਟ ਲੈਂਸ। ਸਟ੍ਰੇਟ ਲੰਘ ਜਾਏਗੀ। ਦੂਸਰੀ ਜਿਹੜੀ ਰੇ ਆਫ ਲਾਈਟ ਆ ਸਾਡੀ ਉਹ ਅਸੀਂ ਆਪਟੀਕਲ ਸੈਂਟਰ ਦੇ ਵਿੱਚੋਂ ਦੀ ਪਾਸ ਕਰਾਵਾਂਗੇ। ਤੇ ਦੇਖੀਏ ਕਿੱਥੇ ਮਿਲਦੀ ਆ।
ਸੋ ਇੱਥੇ ਮੀਟ ਕਰ ਗਈਆਂ ਦੋਨੇ। ਤੁਸੀਂ ਸਕੇਲ ਯੂਜ਼ ਕਰੋਗੇ ਤਾਂ ਇਹ ਬਿਲਕੁਲ ਇਸ ਤੋਂ ਵੀ ਸੋਹਣਾ ਬਣ ਸਕਦਾ। ਤੋ ਇੱਥੇ ਸਾਡੇ ਕੋਲੇ ਮੈਗਨੀਫਾਈਡ ਇਮੇਜ ਬਣ ਗਿਆ ਇਸ ਆਬਜੈਕਟ ਦਾ, ਵਿਚ ਇਜ਼ ਰੀਅਲ ਇਮੇਜ, ਇਨਵਰਟਡ ਇਮੇਜ ਐਂਡ ਮੈਗਨੀਫਾਈਡ। ਸੋ ਆਬਜੈਕਟ ਦੇ ਆਪਾਂ ਥੱਲੜਾ ਪੁਆਇੰਟ B ਰੱਖਿਆ ਸੀ, ਇਸ ਲਈ ਇਹਦਾ ਵੀ ਥੱਲੜਾ ਪੁਆਇੰਟ B ਰੱਖਾਂਗੇ, ਬਟ ਡਿਫਰੈਂਟ ਫਰੋਮ ਦੀ ਆਬਜੈਕਟ ਇਟ ਵਿਲ ਬੀ B ਡੈਸ਼ ਐਂਡ ਦਿਸ ਇਜ਼ A ਡੈਸ਼। ਠੀਕ ਹੈ ਜੀ। ਹੁਣ ਇਹ ਜਿਹੜਾ ਆਬਜੈਕਟ ਦਾ ਸਾਡੇ ਕੋਲੇ ਇਮੇਜ ਬਣ ਗਿਆ, ਰੀਅਲ ਐਂਡ ਇਨਵਰਟਡ ਇਮੇਜ ਬਣ ਗਿਆ, ਇਹ ਕਿੱਥੇ ਆਉਣਾ ਚਾਹੀਦਾ? ਐਕਚੁਅਲੀ ਜਿਹੜਾ ਸਾਡਾ ਮਾਈਕਰੋਸਕੋਪ ਹੋਏਗਾ ਉਹਦੇ ਵਿੱਚ ਉਹ ਕਿੱਦਾਂ ਦਾ ਹੋਏਗਾ? ਸੋ ਆਹ ਸਾਡਾ ਪਹਿਲਾ ਲੈਂਸ, ਮੈਂ ਤੁਹਾਨੂੰ ਜਸਟ ਇਹਦੀ ਇੱਕ ਦਿਖਾਉਣਾ ਚਾਹੁੰਦਾ ਵੀ ਇਹ ਕਿੱਦਾਂ ਦਾ ਹੋਏਗਾ। ਸੋ ਇੱਥੇ ਇੱਕ ਟਿਊਬ ਹੋਏਗੀ, ਟਿਊਬ ਦੇ ਮੂਹਰਲੇ ਪਾਸੇ ਆਬਜੈਕਟ ਲੈਂਸ ਲੱਗਿਆ ਹੋਏਗਾ, ਇਹਦੇ ਪਿਛਲੇ ਪਾਸੇ ਇੱਕ ਹੋਰ ਟਿਊਬ ਹੋਏਗੀ ਇਹ ਤੋਂ ਵੱਡੇ ਡਾਇਮੀਟਰ ਦੀ, ਉੱਥੇ ਸਾਡਾ ਆਈ ਲੈਂਸ ਲੱਗਿਆ ਹੋਏਗਾ, ਤੇ ਇੱਥੇ ਇੱਕ ਸਾਡੇ ਕੋਲੇ ਸਕਰੂ ਲੱਗਿਆ ਹੁੰਦਾ ਜਿਹਨੂੰ ਅਸੀਂ ਘੁਮਾ ਕੇ ਇਹਨਾਂ ਦੋਨਾਂ ਦੀ ਲੈਂਥ ਐਡਜਸਟ ਕਰ ਸਕਦੇ ਹਾਂ। ਦੀ ਡਿਸਟੈਂਸ ਬਿਟਵੀਨ ਦੀ ਆਬਜੈਕਟ ਲੈਂਸ ਐਂਡ ਆਈ ਲੈਂਸ ਇਜ਼ ਐਡਜਸਟਡ ਅਕੋਰਡਿੰਗ ਟੂ ਦੀ ਇਮੇਜ ਫਾਰਮਡ ਬਾਈ ਦੀ ਫਸਟ ਲੈਂਸ। ਕਲੀਅਰ? ਸੋ ਇੱਥੇ ਕਰਾਊਨ ਐਂਡ ਪਿਨੀਅਨ ਅਰੇਂਜਮੈਂਟ ਲੱਗਿਆ ਹੁੰਦਾ, ਤੋ ਇਹਨੂੰ ਅਸੀਂ ਘੁਮਾਵਾਂਗੇ ਤਾਂ ਇਹ ਇੱਕ ਵਾਰੀ ਅੰਦਰ ਨੂੰ ਹੋਣਗੇ, ਦੂਸਰੇ ਪਾਸੇ ਨੂੰ ਘੁਮਾਵਾਂਗੇ ਤਾਂ ਬਾਹਰ ਨੂੰ ਜਾ ਸਕਦੇ ਆ। ਸੋ ਦਿਸ ਇਜ਼ ਦੀ ਐਕਚੁਅਲੀ ਸਕੀਮੈਟਿਕ ਰਿਪਰਜੈਂਟੇਸ਼ਨ ਆਫ ਦੀ ਮਾਈਕਰੋਸਕੋਪ। ਓਕੇ, ਸੋ ਇਹਨੂੰ ਹੁਣ ਮੈਂ ਅਰੇਂਜ ਕਰ ਦਿੰਦਾ ਤਾਂ ਕਿ ਤੁਹਾਨੂੰ ਵੇਖਣਾ ਨਾ ਪਵੇ। ਹੁਣ ਇਸ ਤੋਂ ਬਾਅਦ ਮੈਂ ਬਣਾਉਂਗਾ ਜੀ ਅਕੋਰਡਿੰਗ ਟੂ ਦੀ ਸਾਈਜ਼ ਆਫ ਦਿਸ ਇਮੇਜ, ਮੇਰਾ ਆਈ ਲੈਂਸ ਜਿੰਨਾ ਇਹ ਹੋਏਗਾ, ਤੁਸੀਂ ਦੇਖੋ ਇੰਨਾ ਇਮੇਜ ਆ ਤੇ ਲੈਂਸ ਸਾਡਾ ਘੱਟੋ ਘੱਟ ਇਹ ਤੋਂ ਵੱਡਾ ਹੋਣਾ ਚਾਹੀਦਾ। ਸੋ ਇੱਥੋਂ ਤੋਂ ਲੈ ਕੇ ਜਿੰਨਾ ਇੱਧਰਲੇ ਪਾਸੇ ਉਨਾ ਹੀ ਮੈਂ ਇੱਧਰਲੇ ਪਾਸੇ ਯੂਜ਼ ਕਰੂੰਗਾ। ਸੋ ਲੈਟ ਦਿਸ ਵਿਲ ਬੀ ਮਾਈ ਆਈ ਲੈਂਸ। ਆਪਟੀਕਲ ਸੈਂਟਰ ਮੇ ਬੀ ਰਿਪਰਜੈਂਟਡ ਬਾਈ E। ਹੁਣ ਅਸੀਂ ਧਿਆਨ ਰੱਖਣਾ ਵੀ ਸਾਡੀ ਅੱਖ ਇੱਧਰਲੇ ਪਾਸੇ, ਇੱਧਰਲੇ ਪਾਸਿਓਂ ਅਸੀਂ ਲੈਫਟ ਵਾਲੇ ਪਾਸੇ ਨੂੰ ਦੇਖ ਰਹੇ ਹਾਂ, ਤੇ ਸਾਡਾ ਫਾਈਨਲ ਇਮੇਜ ਕਿੱਥੇ ਬਣਨਾ ਚਾਹੀਦਾ? ਫਾਈਨਲ ਇਮੇਜ ਸਾਡਾ ਇੱਧਰਲੇ ਪਾਸੇ ਬਣਨਾ ਚਾਹੀਦਾ, ਫੇਰ ਹੀ ਦਿਸੂਗਾ। ਇਹਦਾ ਮਤਲਬ ਆਬਜੈਕਟ ਵੀ ਲੈਂਸ ਦੇ ਲੈਫਟ ਸਾਈਡ ਤੇ ਆ, ਤੇ ਇਹਦਾ ਜਿਹੜਾ ਇਮੇਜ ਬਣੂਗਾ ਫਾਈਨਲ ਉਹ ਵੀ ਲੈਫਟ ਸਾਈਡ ਤੇ ਬਣਨਾ ਚਾਹੀਦਾ। ਤੋ ਸਾਡਾ ਜਿਹੜਾ ਆਹ ਵਾਲਾ ਇਮੇਜ ਹੈ ਫਸਟ ਲੈਂਸ ਦਾ, ਇਟ ਵਿਲ ਐਕਟ ਐਜ਼ ਐਨ ਵਰਚੁਅਲ ਆਬਜੈਕਟ ਫਾਰ ਆਈ ਲੈਂਸ। ਕਲੀਅਰ? ਸੋ ਆਹ ਵਾਲਾ ਇਮੇਜ ਜੋ ਪਹਿਲੇ ਲੈਂਸ ਨੇ ਬਣਾਇਆ ਉਹ ਕੀ ਐਕਟ ਕਰੇਗਾ? ਐਜ਼ ਏ ਆਬਜੈਕਟ ਫਾਰ ਆਈ ਲੈਂਸ। ਤੇ ਕਿਉਂਕਿ ਇਹਦਾ ਇਮੇਜ ਵੀ ਅਸੀਂ ਇਸੇ ਪਾਸੇ ਬਣਾਉਣਾ, ਇਸ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਰਾਊਨ ਐਂਡ ਪਿਨੀਅਨ ਅਰੇਂਜਮੈਂਟ ਦੇ ਨਾਲ ਅਸੀਂ ਇਹ ਲੈਂਸ ਦੀ ਪੋਜੀਸ਼ਨ ਇਸ ਹਿਸਾਬ ਨਾਲ ਐਡਜਸਟ ਕਰਾਂਗੇ ਵੀ ਇਹ ਵਾਲਾ ਇਮੇਜ ਇਸ ਲੈਂਸ ਦੇ ਆਪਟੀਕਲ ਸੈਂਟਰ ਤੇ ਫੋਕਲ ਲੈਂਥ ਦੇ ਵਿਚਕਾਰ ਆ ਜੇ, ਸੋ ਦੈਟ ਵੀ ਮੇ ਗੈਟ ਐਨ ਵਰਚੁਅਲ ਐਂਡ ਇਰੈਕਟ ਇਮੇਜ। ਇਹਦਾ ਇਰੈਕਟ ਇਮੇਜ ਸਾਨੂੰ ਮਿਲ ਜੇ। ਸੋ ਇਹਦਾ ਅਸੀਂ ਫੋਕਸ ਜਿਹੜਾ ਚੂਜ਼ ਕਰਦੇ ਹਾਂ, ਸੋ ਲੈਟ ਇਟ ਬੀ ਹੇਅਰ। ਧਿਆਨ ਰੱਖਿਓ ਮੈਂ ਫੋਕਸ ਹੁਣ ਬਣਾਉਣ ਲੱਗਿਆ ਆਫਟਰ forming the image of the first lens. So the focus will be represented by FE। ਇਹਦੇ ਆਪਾਂ FO ਚੂਜ਼ ਕੀਤੇ ਸੀ, FE। ਹੁਣ ਜਿੰਨਾ ਇੱਧਰਲੇ ਪਾਸੇ ਡਿਸਟੈਂਸ ਆ ਉਨਾ ਹੀ ਇੱਧਰਲੇ ਪਾਸੇ ਬਣਾਉਣਾ, ਇਹ ਧਿਆਨ ਰੱਖਿਓ। ਸੋ ਪ੍ਰਿੰਸੀਪਲ ਐਕਸੈਸ ਨੂੰ ਮੈਂ ਇਨਕਰੀਜ਼ ਕਰ ਦਿੰਦਾ। ਠੀਕ ਹੈ ਜੀ। ਐਸ ਆਬਜੈਕਟ ਦੀਆਂ ਰਿਫਲੈਕਟਡ ਰੇਜ਼ ਜਿਹੜੀਆਂ ਰੇਜ਼ ਨਿਕਲਣਗੀਆਂ ਇਹਦੇ ਵਿੱਚੋਂ, ਉਹ ਕਿੱਥੇ ਜਾਣਗੀਆਂ? ਸੇਮ ਆਪਾਂ ਉਵੇਂ ਬਣਾਉਣੀ ਆ। ਇੱਕ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਬਣਾਵਾਂਗੇ। ਆਫਟਰ ਰਿਫਰੈਕਸ਼ਨ ਫਰੋਮ ਦੀ ਲੈਂਸ ਇਹ ਕਿੱਥੋਂ ਲੰਘੇਗੀ ਜੀ? ਫੋਕਸ ਦੇ ਵਿੱਚੋਂ ਦੀ। ਹੁਣ ਧਿਆਨ ਰੱਖਣਾ ਵੀ ਫੋਕਸ ਇੱਧਰਲਾ ਯੂਜ਼ ਹੋਇਆ, ਸੋ ਇਸ ਕਰਕੇ ਫੋਕਲ ਲੈਂਥ ਵੀ ਆਹ ਵਾਲੀ ਯੂਜ਼ ਕਰਾਂਗੇ। ਕਈ ਬੁੱਕਸ ਦੇ ਵਿੱਚ ਕੈਲਕੂਲੇਸ਼ਨਸ ਦੇ ਵਿੱਚ ਤਾਂ ਫੋਕਲ ਲੈਂਥ ਆਹੀ ਯੂਜ਼ ਕੀਤੀ ਹੁੰਦੀ ਆ, ਪਰ ਆਹ ਵਾਲੀ ਫੋਕਲ ਲੈਂਥ ਸ਼ੋਅ ਕਰ ਦਿੰਦੇ ਆ ਇੱਧਰਲੇ ਪਾਸੇ
ਉਹਦੇ ਨਾਲ ਕਨਫਿਊਜ਼ਨ ਹੋ ਜਾਂਦੀ ਆ। ਸੋ ਇਸ ਕਰਕੇ ਧਿਆਨ ਰੱਖਿਓ ਫੋਕਲ ਲੈਂਥ ਦੋਨੇ ਪਾਸੇ ਹੀ ਆ, ਪਰ ਜਿਹੜੀ ਯੂਜ਼ ਹੋਈ ਆ ਆਪਾਂ ਇੱਥੇ ਸ਼ੋ ਵੀ ਉਹੀ ਕਰੀਏ ਤੇ ਕੈਲਕੂਲੇਸ਼ਨਸ ਦੇ ਵਿੱਚ ਯੂਜ਼ ਵੀ ਉਹੀ ਕਰੀਏ। ਲਓ ਜੀ, ਦੂਸਰੀ ਰੇ ਆ ਜਿਹੜੀ ਅਸੀਂ ਇੱਥੋਂ ਲੰਘਾ ਦਾਂਗੇ ਆਪਟੀਕਲ ਸੈਂਟਰ ਦੇ ਵਿੱਚੋਂ ਦੀ। ਹੁਣ ਇਹ ਕਿਤੇ ਮਿਲਣਗੀਆਂ ਨਹੀਂ, ਸੋ ਆਈ ਵਿਲ ਰੀਟਰੇਸ ਬੈਕ ਦੀਜ਼ ਰੇਜ਼। ਮੇਰਾ ਫਾਈਨਲ ਇਮੇਜ ਆ ਜਿਹੜਾ ਉਹ ਇੱਥੇ ਬਣ ਗਿਆ ਜੀ। ਵਰਚੁਅਲ ਹਾਈਲੀ ਮੈਗਨੀਫਾਈਡ ਇਮੇਜ ਬੀ ਡਬਲ ਡੈਸ਼, ਇਹਨੂੰ ਮੈਂ ਬੀ ਡਬਲ ਡੈਸ਼ ਕਹਿ ਦਿੰਦਾ ਪੁਆਇੰਟ ਨੂੰ, ਨੀਚੇ ਵਾਲੇ ਨੂੰ ਏ ਡਬਲ ਡੈਸ਼ ਪੁਆਇੰਟ ਕਹਿ ਦਿੰਦਾ। ਤਾਂ ਤੁਸੀਂ ਦੇਖੋ ਪਹਿਲਾ ਆਬਜੈਕਟ ਸਾਡਾ ਕਿੱਡਾ ਸੀ ਤੇ ਸਾਡਾ ਫਾਈਨਲ ਇਮੇਜ ਕਿੰਨਾ ਬਣਿਆ। ਸੋ ਇਹ ਜਿਹੜਾ ਇਮੇਜ ਬਣਿਆ, ਇਟ ਵਿਲ ਬੀ ਐਟ ਡੀ, the least distance of distinct vision for human eye। ਸੋ ਡੀ ਦੇ ਉੱਤੇ ਅਸੀਂ ਇਹਦੀ ਹੈਲਪ ਦੇ ਨਾਲ ਮੂਵ ਕਰਾ ਕੇ ਇਹਨੂੰ ਅਸੀਂ ਡੀ ਦੇ ਉੱਤੇ ਲਵਾਂਗੇ। ਸੋ ਜਿਹੜੀ ਅਸੀਂ ਕੈਲਕੂਲੇਸ਼ਨਸ ਵੀ ਹੁਣ ਕਰਾਂਗੇ ਇਹ ਅਸੀਂ ਡੀ ਨੂੰ ਮੰਨ ਕੇ ਕਰਾਂਗੇ ਵੀ ਫਾਈਨਲ ਇਮੇਜ ਸਾਡਾ ਡੀ ਤੇ ਬਣਿਆ। ਕਲੀਅਰ? ਹਾਂਜੀ, ਹੁਣ ਇਹਦੇ ਵਿੱਚ ਅਸੀਂ ਕੁਝ ਕੁ ਜਿਹੜਾ ਪਹਿਲਾ ਸਾਡਾ ਇਮੇਜ ਬਣਿਆ ਸੀ, ਮੈਂ ਇੱਥੇ ਇਹਦੇ ਵਾਸਤੇ VO ਲਿਖ ਦਿੰਦਾ ਕਿਉਂਕਿ ਇਹ ਆਬਜੈਕਟ ਲੈਂਸ ਦਾ ਇਮੇਜ ਬਣਿਆ ਸੀ। ਐਂਡ ਦਿਸ ਇਜ਼ ਮਾਈ ਜਿਹੜੀ ਡੀ ਆ ਸਾਡੀ ਮੇਰੀ, ਇਹ VE ਵੀ ਆ ਨਾਲ ਦੀ ਨਾਲ, ਆਈ ਲੈਂਸ ਦਾ ਇਮੇਜ ਦਾ ਡਿਸਟੈਂਸ ਵੀ ਆ। ਓਕੇ ਜੀ, ਸੋ ਇੱਥੇ ਸਾਡੇ ਕੋਲੇ ਫੋਕਲ ਲੈਂਥ ਇੱਧਰਲੀ ਯੂਜ਼ ਹੋਈ ਸੀ, ਸੋ ਇਹ ਵੀ ਮੈਂ ਇੱਥੇ FO ਛੋਟੀ ਲਿਖ ਦਿੰਦਾ ਹਾਂ। ਸੋ ਦਿਸ ਇਜ਼ ਮਾਈ ਆਬਜੈਕਟ ਲੈਂਸ, ਦਿਸ ਇਜ਼ ਮਾਈ ਆਈ ਲੈਂਸ। ਕਲੀਅਰ? ਇਹ ਰੇ ਡਾਇਗਰਾਮ ਸਾਡੀ ਬਣ ਗਈ। ਇੱਥੋਂ ਅਸੀਂ ਹਿਊਮਨ ਆਈ ਦੇ ਨਾਲ ਜਿਹੜਾ ਇਹ ਆਬਜੈਕਟ ਆ ਉਹ ਸਾਨੂੰ ਐਡਾ ਵੱਡਾ ਦਿਖਾਈ ਦੇਗਾ। ਕਲੀਅਰ? ਹੁਣ ਆਉਂਦੇ ਹਾਂ ਅਸੀਂ ਇਹਦੇ ਮੈਗਨੀਫਿਕੇਸ਼ਨ ਦੇ ਐਕਸਪ੍ਰੈਸ਼ਨ ਦੇ ਉੱਤੇ, ਵੀ ਮੈਗਨੀਫਿਕੇਸ਼ਨ ਕਿੰਨੀ ਹੋਏਗੀ। ਹਾਊ ਟੂ ਕੈਲਕੂਲੇਟ ਦੀ ਐਕਸਪ੍ਰੈਸ਼ਨ ਫਾਰ ਮੈਗਨੀਫਿਕੇਸ਼ਨ ਆਫ ਏ ਕੰਪਾਊਂਡ ਮਾਈਕਰੋਸਕੋਪ। ਅਸੀਂ ਦੇਖ ਰਹੇ ਹਾਂ ਵੀ ਇਹ ਕੰਬੀਨੇਸ਼ਨ ਆਫ ਲੈਂਸ ਯੂਜ਼ ਕੀਤਾ, ਤੇ ਆਪਾਂ ਕੰਬੀਨੇਸ਼ਨ ਆਫ ਲੈਂਸਸ ਵਾਲੇ ਟੌਪਿਕ ਦੇ ਵਿੱਚ ਪੜ੍ਹਿਆ ਸੀ ਵੀ ਜਦੋਂ ਲੈਂਸਸ ਨੂੰ ਕੰਬਾਈਨ ਕਰਕੇ ਰੱਖਿਆ ਜਾਂਦਾ ਤਾਂ ਉਹਨਾਂ ਦੀ ਮੈਗਨੀਫਿਕੇਸ਼ਨ ਆ ਜਿਹੜੀ ਉਹ ਮਲਟੀਪਲਾਈ ਹੋ ਜਾਂਦੀ ਹੈ। ਸੋ ਅਸੀਂ ਪਹਿਲਾਂ ਮੈਗਨੀਫਿਕੇਸ਼ਨ ਕੱਢਾਂਗੇ ਆਬਜੈਕਟ ਲੈਂਸ ਦੀ, ਜਿਹਨੂੰ ਅਸੀਂ MO ਕਵਾਂਗੇ, ਫਿਰ ਅਸੀਂ ਆਈ ਲੈਂਸ ਦੀ ਕੱਢਾਂਗੇ, ਦੋਨਾਂ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ। ਦੈਟ ਵਿਲ ਬੀ ਆਵਰ ਫਾਈਨਲ ਰਿਜ਼ਲਟ ਫਾਰ ਦੀ ਮੈਗਨੀਫਿਕੇਸ਼ਨ ਆਫ ਦਿਸ ਕੰਬੀਨੇਸ਼ਨ ਆਫ ਲੈਂਸਸ। ਸੋ ਮੈਥਮੈਟੀਕਲ ਕੈਲਕੂਲੇਸ਼ਨ ਕਰੀਏ ਜੀ। ਸਪੋਜ਼ ਕਰਦੇ ਹਾਂ ਕਿ ਜੋ ਸਾਡੇ ਕੋਲੇ ਇੱਥੇ ਐਂਗਲ ਬਣਦਾ ਹੈ ਇਮੇਜ ਦਾ, ਫਸਟ ਇਮੇਜ ਦਾ, ਲੈਟ ਇਟ ਬੀ ਬੀਟਾ, let this angle be beta which is forming by the first image of the object lens। ਕਿਉਂਕਿ ਅਸੀਂ ਪਹਿਲਾਂ object lens ਦੀ ਮੈਗਨੀਫਿਕੇਸ਼ਨ ਫਾਈਂਡ ਕਰਨ ਲੱਗੇ ਹਾਂ, ਸੋ ਇਸ ਕਰਕੇ ਅਸੀਂ ਇਹਦੇ ਇਮੇਜ ਨੂੰ ਕੰਸੀਡਰ ਕਰਾਂਗੇ ਤੇ ਬੀਟਾ ਅਸੀਂ ਮੰਨ ਲਿਆ ਜੀ ਇਹਦਾ ਐਂਗਲ। ਜੇ ਆਹ ਵਾਲਾ ਐਂਗਲ ਬੀਟਾ ਹੋਏਗਾ ਤਾਂ ਇਹਦਾ ਅਲਟਰਨੇਟ ਅਪੋਜ਼ਿਟ ਐਂਗਲ ਜਿਹੜਾ ਹੋ ਗਿਆ ਆਹ ਵੀ ਸਾਡੇ ਕੋਲੇ ਕਿੰਨਾ ਹੋਏਗਾ ਜੀ, ਬੀਟਾ ਹੋਏਗਾ। ਸੋ ਆਹ ਦੋਨੇ ਐਂਗਲ ਸਾਡੇ ਬੀਟਾ ਹੋ ਗਏ, ਤੇ ਜਿੰਨਾ ਮੇਰੇ ਕੋਲੇ ਆਬਜੈਕਟ ਦਾ ਸਾਈਜ਼ ਹੈ, ਕਿਉਂਕਿ ਆਹ ਵਾਲੀ ਰੇ ਆਪਾਂ ਪੈਰਲਲ ਲਈ ਆ ਪ੍ਰਿੰਸੀਪਲ ਐਕਸਿਸ ਦੇ, ਸੋ ਇੱਥੇ ਵੀ ਮੇਰੇ ਕੋਲੇ ਜਿੰਨਾ ਡਿਸਟੈਂਸ ਹੋਏਗਾ ਉਹ ਮੇਰੇ ਕੋਲੇ AB ਦੇ ਬਰਾਬਰ ਹੀ ਹੋਏਗਾ। ਸੋ ਮੈਂ ਇੱਥੇ ਪੁਆਇੰਟ N ਯੂਜ਼ ਕਰ ਲੈਣਾ। ਸੋ NO ਵਿਲ ਬੀ ਸੇਮ ਐਜ਼ ਦੈਟ ਆਫ AB। ਕਲੀਅਰ? ਹੁਣ ਮੈਗਨੀਫਿਕੇਸ਼ਨ ਫਾਈਂਡ ਕਰਨ ਲਈ ਆਈ ਵਿਲ ਸਿੰਪਲੀ ਯੂਜ਼ ਟੇਂਜੈਂਟ ਬੀਟਾ। ਟੇਂਜੈਂਟ ਬੀਟਾ ਅਸੀਂ ਕੱਢੀਏ ਇਸ ਟ੍ਰਾਇੰਗਲ ਦੇ ਵਿੱਚੋਂ, ਕਿਉਂਕਿ ਇੱਧਰ ਵੀ ਐਂਗਲ ਹੈਗਾ, ਅਸੀਂ ਦੋਨਾਂ ਦੇ ਵਿੱਚੋਂ ਕਰਕੇ ਦੇਖ ਲਈਏ। ਸੋ ਪਹਿਲਾਂ ਮੈਂ ਟ੍ਰਾਇੰਗਲ ਯੂਜ਼ ਕਰਦਾ ਇੱਥੇ FO B ਡੈਸ਼ A ਡੈਸ਼। ਸੋ ਇਨ ਟ੍ਰਾਇੰਗਲ FO B ਡੈਸ਼ A ਡੈਸ਼,
परपेंडिकुलर मेरे को इत्थे आ, ठीक है। सो बी डैश ए डैश डिवाइडेड बाय बी डैश एफ ओ, ठीक है जी। सो टेंजेंट बीटा इज बी डैश ए डैश डिवाइडेड बाय बी डैश एफ ओ, ठीक है। तो यही चीज़ मेरी बराबर है इधरले पासे वाली दूसरी ट्रायंगल दे विचों, इन ट्रायंगल एफ ओ बी डैश ए डैश एंड एफ ओ एन, एफ ओ एन, आ वाली ट्रायंगल ये विचों भी असी टेंजेंट बीटा लिखीए, ये मेरे को आ जाएगा जी एन ओ परपेंडिकुलर ते बेस है मेरा ओ एफ ओ। हुण असी साइन कन्वेंशन यूज़ करके वैल्यूज़ पुट करिए, ध्यान नाल देखिए। ए बी है जिहड़ा साडा हाइट ऑफ दी ऑब्जैक्ट आ, सो मैं इहनूं एच दे नाल लिख लूँगा, तो ए डैश बी डैश मेरी हाइट ऑफ दी इमेज आ, मैं इहनूं एच डैश कह दिना, ठीक है जी। पुट कर दिए वैल्यूज़, जिथे साडे कोले ए डैश बी डैश आ, सो उत्थे मेरे कोले आ गया जी एच डैश अपॉन वट इज़ बी डैश एफ ओ। एक्चुअली जिहड़ा रियलिटी दे विच की हुंदा भी जिहड़ा आह वाला साडा इमेज आ वो लगभग आई लैंस दे बिल्कुल नेड़े बनदा, क्योंकि साडे दोने लैंस ने जिहड़े ये शॉर्ट फोकल लेंथ दे ही हुंदे आ, इन्हां नूं असीं वड्डी फोकल लेंथ दे नहीं लैंदे, वो भी आपां बाद च देखांगे भी क्यों। सो जिहड़ी आह वाली लेंथ आ इट इज़ जस्ट दी लेंथ ऑफ दी ट्यूब जिहड़ी आपां यूज़ करते हैं, जिहड़ी मैं तुहानूं पहलां दिखाई आ। सो लेंथ ऑफ दी ट्यूब आ जिहड़ी वो साडे कोले इहदे बराबर आ जाएगी, सो एच डैश बटे एल। नहीं समझ लगी? जिवें मैं तुहानूं पहलां दस्सिया भी इत्थे साडे कोले एक ट्यूब हुंदी आ जिहदे मूहरे ऑब्जैक्ट लेंस लग्गिया हुंदा, ते दूसरी ट्यूब दे बाहरले पासे आई लेंस लग्गिया हुंदा। जिहड़ा इहदा इमेज बनदा वो जस्ट लाइक इहदे कोले बनदा, जिहड़ा आह वाला इमेज बनदा। इत्थे तां आपां रिप्रजेंटेशन देखण लई रेज़ नूं सही देखण लई वड्डा बनाया साइज़, बट एक्चुअली आह वाला जिहड़ा इमेज आ ये बिल्कुल इहदे कोले बनदा। सो इस करके जिन्नी लेंथ ट्यूब की लेंथ हुंदी आ, सो इहनूं आपां लेंथ ऑफ दी ट्यूब कहने आ, सो ओह साडा इस डिस्टेंस दे बराबर आउंदा। क्लीयर? ओके। सो बराबर आ गया जी साडे कोले एन ओ बटे ओ एफ। ये आपां लाइन इंग्लिश च लिखनी आ जिहड़ी मैं तुहानूं आ दस्सी आ भी एक्चुअली जिहड़ा बी डैश एफ ओ आ इट इज़ इक्वल टू दी लेंथ ऑफ दी ट्यूब। सो इस करके असीं इत्थे एल यूज़ कर रहे हैं। एन ओ की आ जी, देखो साइज़ ऑफ दी ऑब्जैक्ट, आह लेंथ इहदे बराबर आ, सो इसदा मतलब ये एच दे बराबर आ गया, डिवाइडेड बाय ओ एफ नॉट। ओ एफ नॉट की आ साडी एफ ओ, फोकल लेंथ ऑफ दी ऑब्जैक्ट लेंस। क्लीयर? इत्थों मैं टर्म्स नूं रीअरेंज करदा, एच डैश बटे इधरले पासे एच लै आओ ना, उधर मेरा की बन गया जी एल बाय एफ ओ। तो एच डैश बटे एच की हुंदा जी साडे कोले मैगनीफिकेशन। सो इहदा मतलब साडे कोले मैगनीफिकेशन ऑफ ऑब्जैक्ट लेंस आ जिहड़ी वो किहदे बराबर आ गई एल बटे एफ ओ। क्लीयर? हुण इत्थों भी सानूं पता लग गया भी जेकर एफ ओ घट होएगी, एफ ओ कितनी होएगी घट होएगी, तो मैगनीफिकेशन की होएगी ज़्यादा। ਇਹਦਾ मतलब साडा जिहड़ा ऑब्जैक्ट लेंस आ ਉਹਦੀ फोकल लेंथ ਅਸੀਂ कोशिश करांगे घट होवे। क्लीयर? तो ट्यूब लेंथ जिन्नी ज़्यादा होएगी, मतलब ऑब्जैक्ट लेंस ते आई लेंस आ ਜਿਹੜੇ ਉਹ जिन्नी दूर होणगे रिस्ट्रिक्शनस दे अंदर अंदर रह के, तो जिन्नी ये दूर होणगे उन्ना ही साडे कोले मैगनीफिकेशन ज़्यादा होएगी। क्लीयर? हुण ये साडी इक्वेशन नंबर 1 बन गई मैगनीफिकेशन ऑफ ऑब्जैक्ट लेंस। इस तरह हुण असीं आई लेंस ते आउंदे हां। आई लेंस वास्ते क्योंकि इमेज ते ऑब्जैक्ट दोने इक्को साइड ते बन रहे ने, इहनूं असीं ऑब्जैक्ट नूं डी ते भी लै सकदे हां, फाइनल इमेज नूं सॉरी, ते फाइनल इमेज नूं असीं इनफिनिटी ते भी लै सकदे हां। जिवें आपां कल वाले लैक्चर दे विच कीता सी भी सिंपल माइक्रोस्कोप के केस दे विच जेकर फाइनल इमेज साडा डी ते बनदा तां उदों रिजल्ट की आएगा
तो जेकर फाइनल इमेज साडा इन्फिनिटी ते बनता तो रिजल्ट की आएगा। याद आ रिजल्ट सारे कल वाला रिजल्ट याद आ बई जदों डी ते बनता सी की मैगनीफिकेशन सीगी? हाँ जी 1 प्लस डी बाय एफ। ठीक है वो तुसी दोबारे भी इत्थे ड्राइव कर सकते हो रिलेशन तो बट आपां नूं पता आपां कल वाले लैक्चर च कीता सी दी मैगनीफिकेशन ऑफ दी आई पीस वैन दी फाइनल इमेज इज एट डी सो इट विल बी इक्वल टू 1 प्लस डी बाय एफ। इत्थे एफ आ जिहड़ी वो आई लैंस दी असीं एफ ई यूज़ करांगे जस्ट टू डिफरेंशिएट फ्रॉम इट फ्रॉम ऑब्जैक्ट लैंस। क्लीयर। सो ये साडा केस आएगा जदों फाइनल इमेज फॉर्म करता है डी के उत्ते लीस्ट डिस्टेंस ऑफ डिस्टिंक्ट विजन के उत्ते। तो हुण साडी मैगनीफिकेशन की बन गई टोटल कंपाउंड माइक्रोस्कोप की मैगनीफिकेशन MO मल्टीप्लाइड बाय ME। सो इन्हां दोनों नूं असीं मल्टीप्लाई कर दईए सो वी विल गैट दी मैगनीफिकेशन L/FO इंटू 1 प्लस D बाय FE। क्लीयर। सो दिस विल बी दी मैगनीफिकेशन ऑफ ए कंपाउंड माइक्रोस्कोप। जदों इमेज फाइनल कित्थे बनूगा? डी ते। बट जेकर फाइनल इमेज साडा इन्फिनिटी ते बने फिर असीं की करांगे? फिर असीं इत्थे क्राउन एंड पिनियन अरेंजमेंट दे नाल आ जिहड़ा लैंस आ क्योंकि इत्थे फोकल लेंथ इत्थे आ इहनूं थोड़ा जिहा पिछे नूं होर लैके जावांगे ताकि आ वाला इमेज इहदी फोकस ते आ जाए। आ वाला स्क्रू घुमा के स्क्रू घुमावांगे तो लैंस पिछे नूं चला जाएगा। सो पिछे नूं जाऊगा तो फोकस इत्थे आ जाएगा। जदों फोकस ते आया तो आ साडियां दोनों रेज कित्थे जाणगियां? इन्फिनिटी दे उत्ते। क्लीयर। सो जदों इन्फिनिटी ते आ जाएगा फिर आ वाला इत्थे की आ जाएगा चेंज कल्ला डी बाय एफ ई। ये आपां कल वाले लैक्चर च कीता सी ते जिहड़े बच्चों ने कल नहीं अटेंड किया लैक्चर वो कल वाली वीडियो देख सकते हैं। सो मैगनीफिकेशन वैन दी फाइनल इमेज इज एट इन्फिनिटी वो की बन जाएगी साडी L/FO आ वाली तो सेम रहेगी इंटू D बाय FE। सो आ साडी फाइनल इमेज दी मैगनीफिकेशन आ जाएगी। हुण देखो भी सानू किहड़ी चीज़ घट चाहिदी आ टू हैव लार्जर मैगनीफिकेशन। सानू आई लैंस दी मैगनीफिकेशन भी घट चाहिदी है फोकल लेंथ सॉरी। सो फोकल लेंथ साडी ऑब्जैक्ट लेंस दी भी घट चाहिदी है सो एज टू हैव ए मैक्सीमम मैगनीफिकेशन। क्लीयर। सो हुण असीं ये देखिए प्रैक्टिकल जिहड़ी सानू सिचुएशन फेस करनी पैंदी आ असीं जदों लैंस बनाउने आ तां उहदी फोकल लेंथ किन्नी घट तो घट बना सकदे। ऑब्जैक्ट की फोकल लेंथ 1 सेंटीमीटर होवे ते आई लैंस क्योंकि तुसीं देखिया भी आह वाली ट्यूब इहदे उपर चढ़ी हुई है। ठीक आ ते आई लैंस आ जिहड़ा ओहदा अपर्चर आ जिहड़ा अपर्चर मीनस इहदा डिस्टेंस फ्रॉम टॉप एंड टू लोअर एंड। सो ये वड्डा है इहदे नालों ऑब्जैक्ट लैंस नालों। सो लैट कर लैंदे ये साडे कोल 2 सेंटीमीटर आ तो ये भी लैट कर लीए भी जी ट्यूब लेंथ आ जी आ ट्यूब लेंथ जिन्नी दूर ये दोनों लेंस पे ने सपोज कर लीए L साडे कोल 20 सेंटीमीटर आ 20 सेंटीमीटर इन्नी क। ठीक है तो D सानू पता ही आ 25 सेंटीमीटर तो मैगनीफिकेशन कितनी बन गई जी? पुट करो वैल्यूज़ L साडी 20 है FO साडा 1 हो गया D पर 25 तो 250 आ गया जी। आ इत्थे कट्टिया गया 250 टाइम्स मैगनीफिकेशन हो जाएगी जे साडे कोले आ कॉन्फिगरेशनस हुंदियां ने तो इमेज तुसीं बनाउने हो D ते। क्लीयर। सो ये सानू फायदा इहदा सिंपल माइक्रोस्कोप के नाल आपां किन्नी मैगनीफिकेशन लै सकते हैं? 9 टाइम्स एट दी मैक्सीमम। इत्थे असीं इदों भी वधा सकते हैं। तुसीं फाइनल इमेज डी ते 25 सेंटीमीटर की जगह 30 कर सकते हो 35 कर सकते हो। हाँ ये जरूर आ भी वो इट विल बी नॉट कंफर्टेबल टू योर आइज़। ठीक है बट जे डी ते तुसीं इमेज लेना दैन इट विल बी 250 टाइम्स लार्जर दैन योर ऑब्जैक्ट।